ਪਰ ਅਫਸੋਸ ਇਹ ਹੈ ਕਿ ਹਰੇਕ ਬੰਦੇ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਜਿੰਨੇ ਵੀ ਧਰਨੇ ਪ੍ਰਦਰਸ਼ਨ ਵਾਲੇ ਨੇ, ਕੋਈ ਮੁਲਾਜ਼ਮ ਹੈ, ਕੋਈ ਕਿਸਾਨ ਹੈ, ਕੋਈ ਹੋਰ ਹੈ, ਕੋਈ ਐਂਬੂਲੈਂਸ ਵਾਲੇ ਨੇ, ਹਰ ਬੰਦਾ ਧਰਨੇ ਪ੍ਰਦਰਸ਼ਨ ਤੇ ਆ ਗਿਆ। ਪਰ ਦੇਖੋ, ਇਹ ਜਿਹੜੀ ਪਾਰਟੀ ਹੈ ਉਹ ਧਰਨੇ ਪ੍ਰਦਰਸ਼ਨਾਂ ਚੋਂ ਨਿਕਲੀ ਹੋਈ ਹੈ। ਔਰ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਸੀਗਾ ਵੀ ਸਾਡੀ ਸਰਕਾਰ ਬਣ ਜੇ, ਇੱਕ ਵੀ ਧਰਨਾ ਨਹੀਂ ਲੱਗੇਗਾ। ਹੁਣ ਦੇਖੋ ਕਿੰਨੇ ਮਿਨਿਸਟਰ ਨੇ ਤੇ 92 ਇਹਨਾਂ ਦੇ ਐਮਐਲਏ ਨੇ। ਇਹ ਜਿਹੜੇ ਧਰਨੇ ਪ੍ਰਦਰਸ਼ਨ ਲੱਗਦੇ ਨੇ ਉਹਦੇ ਵਿੱਚ ਲਕੀਰ ਕਿਉਂ ਨਹੀਂ ਖਿੱਚਦੇ ਵੀ ਆਹ ਤੁਹਾਡੀਆਂ ਜਾਇਜ਼ ਮੰਗਾਂ ਨੇ ਅਸੀਂ ਕਰਤੀਆਂ, ਆਹ ਨਜਾਇਜ਼ ਮੰਗਾਂ ਨੇ ਚਾਹੇ ਪੁੱਠੇ ਲਟਕੋ ਸਿੱਧੇ ਲਟਕੋ ਇਹ ਨਹੀਂ ਹੋ ਸਕਦੀਆਂ। ਇਹ ਕਿਉਂ ਨਹੀਂ, ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਐਡਰੈਸ ਕਿਉਂ ਨਹੀਂ ਕਰਦੇ? ਹੁਣ ਤੁਸੀਂ ਦੇਖੋ ਜੀਰਾ ਫੈਕਟਰੀ ਹੈ, ਕਰਪਸ਼ਨ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਹੈ ਵੀ ਗਰਗ ਸਾਹਿਬ ਨੇ ਮੇਰੀ ਗੱਲ ਦਾ ਜਵਾਬ ਸਰਾਰੀ ਸਾਹਿਬ ਦਾ ਨਹੀਂ ਦਿੱਤਾ ਤੇ ਵਿਜੇ ਸਿੰਗਲੇ ਦਾ ਨਹੀਂ ਦਿੱਤਾ। ਉਹ ਗੱਲ ਇਹ ਗੋਲ ਕਰ ਗਏ, ਗੋਲ ਨਹੀਂ ਰਹਿਣੀ। ਫਿਰ ਦੁਬਾਰੇ ਲੈ ਲਾਂਗੇ, ਬੈਠੇ ਹੀ ਨੇ। ਹਾਂ, ਆਪਰੇਸ਼ਨ ਲੋਟਸ ਨੇ ਕਿੰਨਾ ਜ਼ੋਰ ਲਾਇਆ ਸੀ ਵੀ ਜੀ ਸਾਡੇ ਕੋਲੇ ਪ੍ਰੈਸ ਕਾਨਫਰੰਸ ਕੀਤੀ, ਡੀਜੀਪੀ ਜਾ ਕੇ ਮਿਲੇ, ਰਿਪਰੈਜ਼ੈਂਟੇਸ਼ਨ ਦਿੱਤੀ, ਸਾਰੀਆਂ ਆਡੀਓ ਹੈਗੀਆਂ, ਵੀਡੀਓ ਹੈਗੀਆਂ, ਫਲਾਣੇ ਇਹਨਾਂ। ਉਹ ਗੱਲ ਕਿੱਧਰ ਗਈ? ਅੱਛਾ, ਫਿਰ ਜਿਹੜੇ ਲੋਕਾਂ ਦੇ ਮਸਲੇ ਐਡਰੈਸ ਕਰਦੇ ਸਾਰੀਆਂ ਪਾਰਟੀਆਂ ਕਹਿ ਰਹੀਆਂ ਵੀ ਭਾਈ ਸੈਸ਼ਨ ਜਦੋਂ ਵੈਂਟਰ ਤਾਂ ਨਿਕਲ ਗਈ। ਵੈਂਟਰ ਸੈਸ਼ਨ ਕਦੋਂ ਸੱਦਣਾ? ਜੇ ਤੁਸੀਂ ਲੋਕਾਂ ਨੂੰ ਡੈਮੋਕ੍ਰੇਸੀ ਹੈ, ਤੁਸੀਂ ਭੱਜਦੇ ਕਿਉਂ ਹੈ? ਤੁਸੀਂ ਮਸਲੇ ਐਡਰੈਸ ਕਿਉਂ ਨਹੀਂ ਕਰਦੇ? ਮਾਨਯੋਗ ਚੀਫ ਮਿਨਿਸਟਰ ਨੇ ਉਹ ਕਦੇ ਮੀਡੀਆ ਨੂੰ ਵੀ ਨਹੀਂ ਮਿਲਦੇ, ਵੀਡੀਓ ਇਸ਼ੂ ਕਰ ਦਿੰਦੇ ਆ, ਵੀਡੀਓ ਜਾਰੀ ਕਰ ਦਿੰਦੇ ਆ, ਉਹਦੇ ਨਾਲ ਤੁਸੀਂ ਜੋ ਮਰਜ਼ੀ ਤੂੰ ਕਰੀ ਜਾਓ। ਮੈਂ ਇਹ ਕਹਿ ਰਿਹਾ ਲੋਕਾਂ ਦੀ ਸਰਕਾਰ ਆ, ਲੋਕਾਂ ਨੂੰ ਜਵਾਬ ਦਿਆ। 92 ਇਹਨਾਂ ਦੇ ਬੰਦੇ ਨੇ, ਸਾਰੇ ਪੰਜਾਬ 'ਚ ਵਿਛ ਜਾਣ, ਸਾਰੇ ਪੰਜਾਬ 'ਚ ਲੋਕਾਂ ਨੂੰ ਕਰਨ ਐਡਰੈਸ। ਕੋਈ ਬੰਦਾ ਦਿਖਦਾ ਹੀ ਨਹੀਂ ਇੱਕ ਦੋ ਬੰਦਿਆਂ ਤੋਂ ਬਿਨਾਂ, ਜਿਹੜੇ ਦਿਖਦੇ ਉਹ ਵੀ ਵੀਡੀਓ ਰਾਹੀਂ ਦਿਖਦੇ ਨੇ। ਫਿਰ ਹੁਣ ਤੁਸੀਂ ਮੈਂ ਜੋ ਜੀਰੇ ਵਾਲੀ ਹਿੱਟ ਅੱਜ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਹੈ, ਇੱਕ ਸੈਕਿੰਡ ਔਨ এনवायरमेंट ਟ੍ਰਿਬਿਊਨ ਦੇ ਵਿੱਚ ਪੇਡ ਨਿਊਜ਼ ਲੱਗੀ ਹੈ ਤੇ ਜੀਰਾ ਫੈਕਟਰੀ ਦਾ ਆਪਾਂ ਨੂੰ ਪਤਾ ਕੀ ਹਾਲ ਹੈ। ਤੇ ਉਹਦੇ ਵਿੱਚ ਸਿੰਗਲ ਜੱਜ ਦਾ ਆਰਡਰ ਹੈ, 20 ਕਰੋੜ ਰੁਪਇਆ ਦੇਤਾ। ਉਹ ਰਿਸ਼ਵਤ ਨਹੀਂ ਤਾਂ ਕੀ ਹੈਗੀ? ਤੇ ਸਿੰਗਲ ਬੈਂਚ ਦਾ ਜਿਹੜਾ ਫੈਸਲਾ ਡਬਲ 'ਚ ਕਿਉਂ ਨਹੀਂ ਕੀਤਾ? ਤੇ ਡਬਲ ਵੀ ਮਨਾ ਕਰਦਾ ਤਾਂ ਸੁਪਰੀਮ ਕੋਰਟ 'ਚ ਕਿਉਂ ਨਹੀਂ ਕੀਤਾ? ਜੇ ਸੁਪਰੀਮ ਕੋਰਟ ਕਹਿੰਦੀ ਹੈ ਫਿਰ ਦੋ ਪੈਸੇ, ਪਹਿਲੇ ਹੁਕਮ ਤੇ ਕਿੱਦਾਂ ਤੁਸੀਂ 20 ਕਰੋੜ ਰੁਪਇਆ ਦੇਤਾ ਤੇ ਪੈਸੇ ਕੀ ਦੇ? ਚਲੋ ਮੈਂ ਜਸਵਿੰਦਰ ਜੀ ਕੋਲੋਂ ਇੱਕ ਕਮੈਂਟ ਲੈਣਾ, ਫਿਰ ਮੈਂ ਗਰਗ ਸਾਹਿਬ ਤੋਂ ਇਸ ਦਾ ਜਵਾਬ ਲਵਾਂਗਾ, ਕਿਉਂਕਿ ਸਵਾਲ ਬੜੇ ਸਾਰੇ ਪੋਲੀਟੀਕਲ ਵੀ ਹੋ ਜਾਂਦੇ ਹੈ। ਪਰ ਮੈਂ, ਕਿਉਂਕਿ ਮੇਰਾ ਫੋਕਸ ਇਹ ਹੈ ਕਿ ਮੈਂ ਥੋੜਾ ਟੈਕਨੀਕਲ ਚੀਜ਼ ਤੇ ਰਵਾਂ। ਗੱਲ ਜਨਤਾ ਦੀ ਖੱਜਲ ਖੁਆਰੀ ਜਾਂ ਅਫਸਰਾਂ ਦੇ ਅਫਸਰਸ਼ਾਹੀ ਦੇ ਇਸ਼ੂਜ਼ ਹੈ, ਉੱਥੇ ਫੋਕਸ ਰਵੇ ਤਾਂ ਜ਼ਿਆਦਾ ਵਧੀਆ ਹੈ। ਔਰ ਇਹਨਾਂ ਚੀਜ਼ਾਂ ਨੂੰ ਐਡਰੈਸ ਕਿਵੇਂ ਕਰਨਾ ਹੈ, ਸਰਕਾਰ ਦੇ ਸਾਹਮਣੇ ਚੈਲੰਜਸ ਕੀ ਨੇ, ਕਿਸ ਤਰੀਕੇ ਨਾਲ ਅੱਜ ਸਖਤੀ ਕਿਉਂ ਕਰਨੀ ਪਈ, ਕਿਉਂ ਸਖਤ ਆਰਡਰ ਕੱਢਣੇ ਪਏ, ਔਰ ਕਿਉਂ ਇਹੋ ਜਿਹੇ ਫੈਸਲੇ ਐਸੋਸੀਏਸ਼ਨਸ ਵੱਲੋਂ ਵੀ ਲਏ ਜਾਣ। ਜਸਵਿੰਦਰ ਜੀ, ਜੇ ਮੈਂ ਸਿੱਧਾ ਸਵਾਲ ਪੁੱਛਾਂ ਤਾਂ ਕੀ ਤੁਸੀਂ ਇਹ ਚੀਜ਼ ਸਮਝਦੇ ਹੋ ਕਿ ਜੋ ਇੱਕ ਸਰਕਾਰੀ ਕਰਮਚਾਰੀ ਹੈ ਜਿਹੜਾ 60-70 ਹਜ਼ਾਰ 80 ਹਜ਼ਾਰ ਜਾਂ ਲੱਖ ਜਾਂ ਕਈ ਉਸ ਤੋਂ ਵੀ ਜ਼ਿਆਦਾ ਤਨਖਾਹ ਲੈਂਦੇ ਨੇ, ਪੀਸੀਐਸ ਅਫਸਰਾਂ ਦਾ ਵੀ ਤੁਹਾਨੂੰ ਪਤਾ ਹੀ ਹੋਣਾ ਹੈ ਤਨਖਾਹ ਕਿੰਨੀ ਹੁੰਦੀ ਹੈ, ਕੀ ਉਸ ਦੇ ਬਾਵਜੂਦ ਸਟ੍ਰਾਈਕ ਸ਼ਬਦ ਉਸ ਦੇ ਵਿੱਚ ਆਉਣਾ ਚਾਹੀਦਾ ਕਿ ਅਸੀਂ ਕੰਮ ਨਹੀਂ ਕਰਾਂਗੇ? ਦੇਖੋ ਜੀ, ਜਿਹੜਾ ਸਟ੍ਰਾਈਕ ਲਫ਼ਜ਼ ਹੈ, ਜਿਹੜੇ ਸੰਵਿਧਾਨਕ ਅਧਿਕਾਰਾਂ ਦੇ ਵਿੱਚ ਜਿਹੜਾ ਕੋਈ ਰੋਸ ਪ੍ਰਦਰਸ਼ਨ, ਕਿਸੇ ਨੇ ਵੀ ਜਥੇਬੰਦੀ ਬਣਾਉਣੀ, ਉਹਦਾ ਸੰਵਿਧਾਨਕ ਅਧਿਕਾਰ ਹੈ, ਇਹਨੂੰ ਨਹੀਂ ਆਪਾਂ ਚੈਲੰਜ ਕਰ ਸਕਦੇ। ਦੂਸਰੀ ਗੱਲ ਜਿਹੜੀ ਅਨੀਲ ਗਰਗ ਜੀ ਕਰ ਰਹੇ ਸੀਗੇ ਹੁਣੇ ਵੀ ਸਾਡੀ ਪਾਰਟੀ ਐ ਆ ਤੇ ਕਾਂਗਰਸ ਪਾਰਟੀ ਐ ਆ। ਦੇਖੋ, ਇਹਨਾਂ ਦੀ ਪਾਰਟੀ ਨਵੰਬਰ 2012 ਚ ਬਣੀ ਸੀ, ਉਹਦੇ ਸਿਰਫ 10 ਸਾਲ ਦੀ ਗੱਲ ਪੂਰੀ ਹੋ ਰਹੀ ਹੈ, 10 ਸਾਲ ਦੀ ਇੱਕ ਸੈਕਿੰਡ ਚੰਨੀ ਸਾਹਿਬ ਕੁਝ ਐਡ ਕਰਨਾ ਚਾਹ ਰਹੇ ਨੇ। ਇੱਕ ਸੈਕਿੰਡ ਜਸਵਿੰਦਰ ਜੀ, 36 ਸਾਲ ਹੋ ਗਏ। ਇੱਕ ਸੈਕਿੰਡ ਚੰਨੀ ਸਾਹਿਬ ਕੁਝ ਐਡ ਕਰਨਾ ਚਾਹ ਰਹੇ ਨੇ, ਕੀ ਕਹਿ ਰਹੇ ਸੀ ਚੰਨੀ ਸਾਹਿਬ? ਮੈਂ ਆ ਰਿਹਾ ਤੁਹਾਡੇ ਕੋਲ, ਆ ਰਿਹਾ। ਆਈਏਐਸ, ਪੀਸੀਐਸ, ਆਈਪੀਐਸ, ਪੁਲਿਸ, ਪੈਰਾਮਿਲਟਰੀ ਫੋਰਸਸ, ਇਹ ਟ੍ਰੇਡ ਯੂਨੀਅਨਸ ਨਹੀਂ ਹੁੰਦੀਆਂ, ਇਹ ਕਦੇ ਸਟ੍ਰਾਈਕ ਨਹੀਂ ਕਰ ਸਕਦੇ। ਇਹ ਮਤਲਬ ਇਹਨਾਂ ਨੂੰ ਨਾ ਕੋਈ ਇਖਤਿਆਰ ਹੈ, ਨਾ ਇਹ ਸਟ੍ਰਾਈਕ ਤੇ ਜਾ ਸਕਦੇ। ਇਸ ਕਰਕੇ ਇਹ ਐਸੋਸੀਏਸ਼ਨ ਦੇ ਰਾਹੀਂ ਕੋਈ ਆਪਣੀ ਮੰਗ ਰੱਖ ਸਕਦੇ। ਠੀਕ ਹੈ ਜੀ ਜਸਵਿੰਦਰ ਜੀ, ਚਲੋ ਮੈਨੂੰ ਗੱਲ ਪੂਰੀ ਕਰਨ ਦਿਓ ਜੀ ਆਪਣੀ, ਕਿ ਆਮ ਆਦਮੀ ਪਾਰਟੀ ਨਵੰਬਰ 2012 ਚ ਬਣੀ ਸੀ, ਇਹ ਸਿਰਫ 10 ਸਾਲ ਦੀ ਪਾਰਟੀ ਹੈ। ਸਾਡੀ ਪਾਰਟੀ 28 ਦਸੰਬਰ 1885 ਨੂੰ ਬਣੀ ਸੀ, 138 ਸਾਲ ਦੀ ਪਾਰਟੀ ਹੈ। ਹੁਣ ਜੇ ਕੋਈ 10 ਸਾਲ ਦਾ ਬੱਚਾ ਉੱਠ ਕੇ ਕਵੇ ਕਿ ਮੇਰੇ ਪੜਦਾਦੇ ਨੂੰ ਤਾਂ ਅਕਲ ਨਹੀਂ ਸੀ, ਮੇਰਾ ਪੜਦਾਦਾ ਤਾਂ ਪੈਦਲ ਜਾਂਦਾ ਸੀ, ਮੇਰਾ ਪੜਦਾਦਾ ਤਾਂ ਕਮਲਾ ਸੀ, ਉਹ ਤਾਂ ਬਿਜਲੀ ਹੈ ਨਹੀਂ ਸੀ ਉਹਦੇ ਕੋਲ ਤਾਂ ਕਾਰ ਹੈ ਨਹੀਂ ਸੀ, ਫਿਰ ਹੁਣ ਗਲਤੀ ਕਿਹਦੀ ਹੈ ਮੈਨੂੰ ਦੱਸੋ? ਅਸੀਂ 62 ਸਾਲ ਤੱਕ ਇਕੱਲੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ, ਉਸ ਤੋਂ ਬਾਅਦ ਅਸੀਂ 75 ਸਾਲ ਡੈਮੋਕ੍ਰੇਸੀ ਨੂੰ ਸਹੀ ਢੰਗ ਨਾਲ ਚਲਾਇਆ, ਕਦੇ ਸੱਤਾ ਦੇ ਵਿੱਚ ਰਹਿ ਕੇ ਤੇ ਕਦੇ ਵਿਰੋਧੀ ਧਿਰ ਦੇ ਵਿੱਚ ਰਹਿ ਕੇ, ਔਰ ਡੈਮੋਕ੍ਰੇਸੀ ਨੂੰ ਬਚਾ ਕੇ ਰੱਖਿਆ। ਔਰ ਕਿਸ ਤਰ੍ਹਾਂ ਦਾ ਸਾਨੂੰ ਸਮਾਜ ਮਿਲਿਆ ਸੀ ਜਿਹੜਾ ਕਿ ਅਲੱਗ-ਅਲੱਗ ਤਰੀਕਾ ਨਾਲ ਵੰਡਿਆ ਹੋਇਆ ਸੀ।
ਅਸੀਂ ਉਹਨੂੰ ਇਕੱਠਾ ਕੀਤਾ। ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਮੈਨੂੰ ਥੋੜੀ ਗੱਲ ਨਹੀਂ ਸਮਝ ਆ ਰਹੀ। ਭਗਵੰਤ ਮਾਨ ਆਮ ਕਰ, ਮੈਂ ਉਹੀ ਗੱਲ ਕਹਿ, ਇਹਨਾਂ ਨੇ ਇਲਜ਼ਾਮ ਲਾਇਆ ਜੀ, ਕਹਿੰਦੇ ਭ੍ਰਿਸ਼ਟਾਚਾਰ ਪੈਦਾ ਹੀ ਇਹਨਾਂ ਨੇ ਕੀਤਾ, ਇਹ ਕਹਿ ਰਹੇ ਸੀ। ਔਰ ਜਿਹੜੇ ਸਾਡੇ ਤਾਂ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਇਕੱਲੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਲੀਡਰ ਸੀ ਕਾਂਗਰਸ ਦੇ, ਚਲੋ ਜੀ ਆਪਾਂ ਕੁਰਬਾਨੀਆਂ ਤੇ ਆਪਾਂ ਚਰਚਾ ਨਹੀਂ ਕਰ ਰਹੇ ਨਾ, ਅਸਲ ਦੇ ਵਿੱਚ ਮੈਂ ਟੈਕਨੀਕਲ ਚੀਜ਼ ਤੇ ਆਉਣਾ। ਚੰਨੀ ਸਾਹਿਬ ਨੇ ਸਾਫ਼ ਕੀਤਾ ਹੈ, ਚੰਨੀ ਸਾਹਿਬ ਬੈਠੇ ਨੇ, ਉਹ ਵੀ ਆਪੋਜੀਸ਼ਨ ਪਾਰਟੀ ਹੈ, ਉਹਨਾਂ ਨੇ ਕਿਹਾ ਕਿ ਇਹ ਜਿਹੜੇ IAS IPS PCS ਇਹ ਨਹੀਂ ਸਟ੍ਰਾਈਕ ਕਰ ਸਕਦੇ, ਨਹੀਂ ਕੰਮ ਬੰਦ ਕਰ ਸਕਦੇ, ਇਸ਼ੂਜ਼ ਹੋ ਸਕਦੇ ਨੇ, ਗ੍ਰਜਸ ਹੋ ਸਕਦੇ ਨੇ। ਮੈਂ ਤਾਂ ਦੇਖੋ ਜੀ, ਮੈਂ ਉਹਨਾਂ ਵੱਲੋਂ ਨਹੀਂ ਬੈਠਾ ਜੀ, ਪਰ ਇਹ ਹੈ ਕਿ ਮੈਂ PCS ਆਫੀਸਰਸ ਵੱਲੋਂ ਤਾਂ ਬੈਠਾ ਨਹੀਂ ਜੀ, ਮੈਂ ਤਾਂ ਕਾਂਗਰਸ ਪਾਰਟੀ ਵੱਲੋਂ ਬੈਠਾ। ਔਰ ਮੈਂ ਤਾਂ ਇਹ ਪਹਿਲਾਂ ਗੱਲ ਕਹੀ ਸੀ ਵੀ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਸੀ, ਜੇਕਰ ਸਾਡੇ ਮੁੱਖ ਮੰਤਰੀ ਸਾਹਿਬ ਨੇ 2 ਦਿਨ ਦਾ ਟਾਈਮ ਮੰਗਿਆ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਤੁਸੀਂ ਸਟ੍ਰਾਈਕ ਦਾ ਸਮਰਥਨ ਕਰਦੇ ਹੋ ਕਿ ਨਹੀਂ? ਛੁੱਟੀ ਤੇ ਗਏ ਸੀ, ਦਫ਼ਤਰਾਂ 'ਚ ਕੰਮ ਬੰਦ ਹੋਵੇ, ਲੋਕਾਂ ਦੀ ਖੱਜਲ ਖੁਆਰੀ ਹੋਵੇ, ਉਸ ਦਾ ਸਮਰਥਨ ਕਰਦੇ ਹੋ ਕਿ ਨਹੀਂ? ਹਾਂ ਜਾਂ ਨਾ ਦੱਸ ਦਿਓ। ਮੈਂ ਤਾਂ ਪਹਿਲਾਂ ਵੀ ਇਹ ਗੱਲ ਸ਼ੁਰੂ ਤੋਂ ਕੀਤੀ ਹੈ ਜੀ, ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ, ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ, ਲੋਕਾਂ ਦੇ ਕੰਮ ਹੋਣੇ ਚਾਹੀਦੇ ਆ। ਔਰ ਜਿਹੜੀ ਸਾਡੀ ਡੈਮੋਕ੍ਰੇਸੀ ਆ ਉਹ ਸਹੀ ਢੰਗ ਨਾਲ, ਇਹਦੇ ਸਾਰੇ ਅੰਗ ਆ ਜਿਹੜੇ, ਜਿੰਨੀ ਦੇਰ ਸਾਰੇ ਅੰਗ ਸਹੀ ਢੰਗ ਨਾਲ ਕੰਮ ਨਹੀਂ ਕਰਨਗੇ ਉਨੀ ਦੇਰ ਲੋਕਾਂ ਦੇ ਕੰਮ ਨਹੀਂ ਹੋਣਗੇ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਸੀ ਜ਼ੀਰੋ ਟੋਲਰੈਂਸ ਵਾਲੀ, ਭ੍ਰਿਸ਼ਟਾਚਾਰ ਵਾਲੀ, ਕਹਿੰਦੇ ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉੱਥੇ ਇਹਨਾਂ ਦੇ ਰਾਘਵ ਚੱਡਾ ਉਹਦੇ ਤੇ ਇਲਜ਼ਾਮ ਲੱਗਦੇ, ਉਹਨੂੰ ਫੜਨ। ਰਾਘਵ ਚੱਡਾ ਇਹਨਾਂ ਨੇ ਰਾਜ ਸਭਾ, ਚਲੋ ਇਲਜ਼ਾਮਾਂ ਦਾ ਤਾਂ ਕੋਈ ਦਾਇਰਾ ਨਹੀਂ ਹੁੰਦਾ ਜੀ, ਕਿਤੋਂ ਤੱਕ ਵੀ ਜਾਂਦੇ ਆ, ਕਿਤੇ ਵੀ ਲੱਗਦੇ ਰਹਿੰਦੇ ਆ ਇਲਜ਼ਾਮ। ਤਾਂ ਕੋਈ ਪਾਰਟੀ ਐਸੀ ਨਹੀਂ ਹੈ ਜਿਹੜੇ ਸਾਡੇ ਤੇ ਨਹੀਂ ਲੱਗਦੇ, ਉਹ ਸਾਰਿਆਂ ਤੇ ਲੱਗਦੇ ਨੇ। ਸਵਾਲ ਉੱਠਣਗੇ, ਜੇ ਜ਼ੀਰੋ ਟੋਲਰੈਂਸ ਦੀ ਗੱਲ ਰੱਖਣੀ ਹੈ ਫਿਰ ਤਾਂ ਉਹਨਾਂ ਨੂੰ ਫੜਨਾ ਚਾਹੀਦਾ ਜੀ। ਔਰ ਜਿਹੜਾ ਨਵਾਂ ਮੰਤਰੀ ਬਣਾਇਆ ਬਲਵੀਰ ਸਿੰਘ, ਚਲੋ ਮੈਂ ਗਰਗ ਸਾਹਿਬ ਤੋਂ ਜਵਾਬ ਲੈਣਾ, ਮੈਂ ਗਰਗ ਸਾਹਿਬ ਕੋਲੇ ਜਾਊਂਗਾ ਦੁਬਾਰਾ। ਸ਼ਾਇਦ ਕੁਝ ਟੈਕਨੀਕਲ ਪ੍ਰੋਬਲਮ ਹੈ ਜਾਂ ਉਹਨਾਂ ਦਾ ਕਨੈਕਸ਼ਨ ਜਿਹੜਾ ਹੈ ਉਹ ਡਿਸਕਨੈਕਟ ਹੋਇਆ। ਮੈਂ ਗੋਲਡੀ ਜੀ ਤੁਹਾਡੇ ਤੋਂ ਇਸ ਤੇ ਕਮੈਂਟ ਚਾਹਣਾ ਹੈ, ਫਿਰ ਮੈਂ ਗਰਗ ਸਾਹਿਬ ਤੋਂ ਇਸ ਦਾ ਜਵਾਬ ਲਊਂਗਾ। ਬਰਾੜ ਸਾਹਿਬ ਦੇਖੋ, ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਅਫਸਰ, ਚਾਹੇ ਉਹ ਕਿਸੇ ਅਹੁਦੇ ਤੇ ਬੈਠਾ, ਛੋਟਾ ਬੈਠਾ, ਸੁਪਰਡੈਂਟ ਲੈਵਲ ਤੋਂ ਲੈ ਕੇ ਕਲੈਰੀਕਲ ਲੈਵਲ ਤੋਂ ਲੈ ਕੇ ਉੱਪਰ ਤੱਕ, ਚੀਫ ਸੈਕਟਰੀ ਤੱਕ, ਚਾਹੇ ਦੇਸ਼ ਦਾ ਮੈਂ ਕਹਿੰਦਾ ਕੋਈ ਵੀ ਇਹੋ ਜਿਹਾ ਜਿਹੜਾ ਅਫਸਰ ਹੈ, ਉਹ ਜਦੋਂ ਇਸ ਤਰ੍ਹਾਂ ਤੋਂ ਸਮੂਹਿਕ ਛੁੱਟੀਆਂ ਤੇ ਜਾਂਦੇ ਨੇ, ਜਾਂ ਜਿਵੇਂ ਚੰਨੀ ਸਾਹਿਬ ਨੇ ਕਿਹਾ ਕਿ ਰਾਈਟਸ ਨਹੀਂ ਹੈ, ਬਿਲਕੁਲ ਸਹੀ ਹੈ, ਪਰ ਨਾਲ ਨਾਲ ਉਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ। ਜੇ ਕੋਈ ਚੀਫ ਸੈਕਟਰੀ ਲੈਵਲ ਦਾ ਜਾਂ ਕੋਈ ਸੈਕਟਰੀ ਲੈਵਲ ਦਾ ਆਪਸੀ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਸੌਟ ਆਊਟ ਵੀ ਬੈਠ ਕੇ ਹੀ ਹੋ ਸਕਦਾ ਹੈ। ਉਹਨੂੰ ਮੁੱਦਾ ਬਣਾ ਕੇ ਏਡਾ ਵੱਡਾ ਨਾ ਦਿਖਾਇਆ ਜਾਵੇ, ਤਾਂ ਕਿ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਦੋਨਾਂ ਧਿਰਾਂ ਨੂੰ ਦੂਜੀ ਇੱਕ ਤਾਂ ਖਿਲਾਫ ਪੈਂਦਾ ਹੈ, ਸਰਕਾਰ ਤੇ ਅਫਸਰਸ਼ਾਹੀ, ਦੋ ਚੀਜ਼ਾਂ ਦੇਖੋ ਥੰਮ ਨੇ, ਜਿਹੜਾ ਪੋਲੀਟੀਕਲ ਬੰਦਾ ਹੈ, ਲੀਡਰ ਹੈ, ਤੇ ਦੂਜੀ ਅਫਸਰਸ਼ਾਹੀ ਹੈ, ਤੇ ਦੋਨਾਂ ਨੇ ਸਰਕਾਰ ਚਲਾਉਣੀ ਹੈ। ਪਰ ਜੇ ਦੋਨਾਂ ਦੇ ਵਿੱਚ ਡਿਫਰੈਂਸਸ ਕਿਉਂ ਨੇ? ਤੁਸੀਂ ਕੋਈ ਵੀ ਚੀਜ਼ ਫੋਰਸਫੁਲੀ ਨਹੀਂ ਕਰ ਸਕਦੇ। ਹਰ ਚੀਜ਼ ਦਾ ਹੱਲ ਜਿਹੜਾ ਉਹ ਸਿਟਿੰਗ ਨਾਲ ਹੈ, ਸਿਟਿੰਗ ਦੇ ਵਿੱਚ ਨਾਲ ਇਹ ਕੰਕਰੀਟ ਚੀਜ਼ ਚਾਹੀਦੀ ਹੈ ਸਿਟਿੰਗ ਦੇ ਵਿੱਚ। ਗਰਗ ਸਾਹਿਬ ਜੁੜ ਗਏ। ਗਰਗ ਸਾਹਿਬ, ਤੁਹਾਡਾ ਕਨੈਕਸ਼ਨ ਡਿਸਕਨੈਕਟ ਹੋ ਗਿਆ ਸੀ। ਮੈਂ ਤੁਹਾਡੇ ਤੋਂ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ, ਜੋ ਜਿਸ ਚੀਜ਼ ਤੇ ਵੀ ਦੇਖੋ ਪੋਲੀਟੀਕਲ ਜਿਹੜੇ ਇਲਜ਼ਾਮ ਨੇ, ਸਿਆਸੀ ਇਲਜ਼ਾਮ ਤਰਾਸ਼ੀਆਂ ਚੱਲਦੀਆਂ ਰਹਿੰਦੀਆਂ ਨੇ। ਸਿਆਸੀ ਇਲਜ਼ਾਮ ਤਰਾਸ਼ੀਆਂ 'ਚ ਮੈਨੂੰ ਕਿਸੇ ਵੀ ਪਾਰਟੀ ਕੋਈ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ, ਉਹ ਸਵਾਲ ਜਵਾਬ ਨੇ ਤੁਹਾਡੇ ਸਾਹਮਣੇ ਆ। ਤੁਸੀਂ ਜਵਾਬ ਜਿਹੜੀ ਚੰਨੀ ਸਾਹਿਬ ਗੱਲ ਕਹਿ ਰਹੇ ਸੀਗੇ ਕਿ ਇਹ ਡਬਲ ਸਟੈਂਡਰਡਸ ਕਰਦੇ ਨੇ, ਜੋ ਉਹਨਾਂ ਨੇ ਕੁਝ ਚੀਜ਼ਾਂ ਨੂੰ ਉਦਾਹਰਨ ਦੇ ਕੇ ਕਿਹਾ ਕਿ ਜਦੋਂ ਕਰਪਸ਼ਨ ਦੀ ਜ਼ੀਰੋ ਟੋਲਰੈਂਸ ਦੀ ਗੱਲ ਹੁੰਦੀ ਹੈ ਤਾਂ ਉਦੋਂ ਜੇ ਆਪਣੇ ਤੇ ਵਾਰੀ ਆ ਜੇ ਤਾਂ ਉਦੋਂ ਫਿਰ ਕਈ ਵਾਰੀ ਹੋਰ ਤਰੀਕੇ ਅਪਣਾ ਲਏ ਜਾਂਦੇ ਆ, ਔਰ ਜੋ ਦੂਜਿਆਂ ਤੇ ਆ ਜੇ ਉਦੋਂ ਹੋਰ ਤਰੀਕੇ ਅਪਣਾ ਲਏ ਜਾਂਦੇ ਆ। ਇਹ ਪੋਲੀਟੀਕਲ ਪਾਰਟੀਆਂ ਜਾਂ ਵੱਖ-ਵੱਖ ਪਾਰਟੀਆਂ ਇਹ ਕਹਿ ਕੇ ਇਲਜ਼ਾਮ ਲਾਉਂਦੀਆਂ ਨੇ, ਪਰ ਜਿੱਥੇ ਗੱਲ ਆ ਜਾਂਦੀ ਹੈ ਜਨਤਾ ਦੇ ਸਰੋਕਾਰਾਂ ਦੀ, ਜਿੱਥੇ ਗੱਲ ਆ ਜਾਂਦੀ ਹੈ ਜਨਤਾ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ, ਉੱਥੇ ਜਾ ਕੇ ਫਿਰ ਇਹਨਾਂ ਚੀਜ਼ਾਂ ਨੂੰ ਸੌਟ ਆਊਟ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਚਾਹੇ ਕਿਸੇ ਵੀ ਤਰੀਕੇ ਨਾਲ ਸੌਟ ਆਊਟ। ਹਾਂ ਬਿਲਕੁਲ ਬਰਾੜ ਸਾਹਿਬ, ਜਿਹੜੀ ਕਿ ਇਹ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈਗਾ। ਇਹੀ ਕਾਰਨ ਹੈ ਕਿ ਅਸੀਂ ਹਮੇਸ਼ਾ ਪੋਜ਼ਿਟਿਵ ਏਜੰਡੇ ਦੇ ਉੱਤੇ ਕੰਮ ਕੀਤਾ ਹੈਗਾ। ਉਹ ਏਜੰਡਾ ਜਿਹੜੇ ਏਜੰਡਾ ਅਸੀਂ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਵਿੱਚ ਲੈ ਕੇ ਗਏ ਸੀ, ਉਸੇ ਏਜੰਡੇ ਦੇ ਉੱਤੇ ਕੰਮ ਅਸੀਂ ਕਰ ਰਹੇ ਹਾਂ। ਮੈਨੂੰ ਬਹੁਤਾ ਇਸ ਬਾਰੇ ਦੱਸਣ ਦੀ ਲੋੜ ਨਹੀਂ ਹੈ ਕਿ ਕਿਉਂਕਿ ਅਦਰਵਾਈਜ਼ ਸਾਡੇ ਵਿਰੋਧੀ ਇਹ ਕਹਿਣਗੇ ਤੇ ਇਹ ਆਪਣਾ ਪ੍ਰਚਾਰ ਕਰਦੇ ਆ। ਪਰ ਮੈਂ ਇੱਕ ਚੀਜ਼ ਦੱਸ ਦਿਆਂ, ਨਹੀਂ ਸਵਾਲ ਬਿਲਕੁਲ ਮਿਲਾ ਕੇ ਮੈਂ ਇੱਕ ਸੈਕਿੰਡ ਗਰਗ ਸਾਹਿਬ, ਕੁੱਲ ਮਿਲਾ ਕੇ ਸਾਰੇ ਪੈਨਲਿਸਟ ਦਾ ਇਹ ਸਵਾਲ ਹੈ ਕਿ ਇਹ ਸਥਿਤੀ ਪੈਦਾ ਕਿਉਂ ਹੋ ਰਹੀ ਹੈ। ਜੇ ਮੈਂ ਵਨ ਲਾਈਨਰ 'ਚ ਸਾਰਿਆਂ ਦੇ ਕਮੈਂਟਸ ਨੂੰ ਕੰਕਲੂਡ ਕਰਾਂ ਤਾਂ ਇਹ ਸਥਿਤੀ ਕਿਉਂ ਬਣ ਰਹੀ ਹੈ, ਇਹ ਤੁਹਾਡੀ ਸਰਕਾਰ ਤੋਂ ਸਵਾਲ ਹੈ। ਹਾਂ ਬਿਲਕੁਲ, ਮੈਂ ਤੁਹਾਨੂੰ ਉੱਥੇ ਤੇ ਆ ਰਿਹਾ। ਸਾਡਾ ਕਿਸੇ ਵੀ ਤਰੀਕੇ ਦਾ ਕੋਈ ਡਬਲ ਸਟੈਂਡਰਡ ਨਹੀਂ ਹੈਗਾ। ਜਦੋਂ ਅਸੀਂ ਕਰਪਸ਼ਨ ਦੀ ਗੱਲ ਕਰਦੇ ਹਾਂ, ਜ਼ੀਰੋ ਟੋਲਰੈਂਸ ਦਾ ਮਤਲਬ ਜ਼ੀਰੋ ਟੋਲਰੈਂਸ ਹੈਗਾ। ਅਲਟੀਮੇਟਲੀ ਜਿਹੜਾ ਫੈਸਲਾ ਹੈਗਾ ਉਹ ਕਾਨੂੰਨ ਨੇ ਕਰਨਾ ਹੈਗਾ। ਸਰਕਾਰ ਵੀ ਕਾਨੂੰਨ ਦੇ ਮੁਤਾਬਕ ਚੱਲਦੀ ਹੈਗੀ ਹੈ, ਠੀਕ ਹੈ ਨਾ। ਹੁਣ ਇਸ ਦੇ ਵਿੱਚ ਸਾਡੇ ਇੱਕ
ਜੇ ਇੱਕ ਮੰਤਰੀ ਦਾ ਕੁਝ ਗੱਲਬਾਤ ਆਈ, ਕੁਝ ਪ੍ਰੂਫ ਹੱਥ ਲੱਗੇ ਤਾਂ ਸਰਕਾਰ ਨੇ ਉਸ ਨੂੰ ਟਰਮੀਨੇਟ ਨਹੀਂ ਕੀਤਾ, ਬਲਕਿ ਉਸ ਨੂੰ ਜੇਲ੍ਹ ਦੇ ਵਿੱਚ ਵੀ ਭੇਜਿਆ। ਉਸ ਤੋਂ ਬਾਅਦ ਫੈਸਲਾ ਜਿਹੜਾ ਅਦਾਲਤ ਨੇ ਕਰਨਾ ਹੈਗਾ। ਤੁਸੀਂ ਦੇਖੋ ਜੇ ਅੱਜ ਕਾਂਗਰਸ ਦੇ ਕੁਝ ਲੀਡਰ ਜਿਹੜੇ ਸਾਬਕਾ ਮੰਤਰੀ ਨੇ, ਜੇ ਅਸੀਂ ਫੌਰੀ ਤੌਰ ਤੇ ਕੋਈ ਫੜਨਾ ਹੁੰਦਾ ਜਾਂ ਜੇ ਕੋਈ ਵੈਂਡੇਟਾ ਹੁੰਦਾ ਤਾਂ ਅਸੀਂ ਫੌਰੀ ਤੌਰ ਤੇ ਫੜ ਲੈਂਦੇ। ਅੱਜ ਉਹ 9-9 ਮਹੀਨਿਆਂ ਪਿੱਛੋਂ 8-8 ਮਹੀਨਿਆਂ ਪਿੱਛੋਂ ਕਿਉਂ ਉਹਨਾਂ ਨੂੰ ਫੜਿਆ ਜਾ ਰਿਹਾ? ਕਿਉਂਕਿ ਪਹਿਲਾਂ ਬਕਾਇਦਾ ਜਾਂਚ ਹੁੰਦੀ ਹੈ, ਜਾਂਚ ਤੋਂ ਬਾਅਦ ਜੇ ਕੋਈ ਪੁਖਤਾ ਸਬੂਤ ਮਿਲਦੇ ਨੇ ਫਿਰ ਉਸ ਦਾ ਅਗਲਾ ਉਸ ਤੋਂ ਬਾਅਦ ਜਿਹੜਾ ਫੈਸਲਾ ਉਹ ਜਿਹੜਾ ਹੈਗਾ ਕੋਰਟ ਨੇ ਕਰਨਾ ਹੈਗਾ। ਦੂਸਰੀ ਗੱਲ, ਇੱਥੇ ਬਾਰ-ਬਾਰ ਕਿਹਾ ਜਾ ਰਿਹਾ ਕਿ ਸੰਵਿਧਾਨਿਕ ਹੱਕ, ਸੰਵਿਧਾਨਿਕ ਹੱਕ। ਜੇ ਸੰਵਿਧਾਨ ਸਾਨੂੰ ਹੱਕ ਦਿੰਦਾ ਤਾਂ ਸੰਵਿਧਾਨ ਸਾਨੂੰ ਫਰਜ਼ਾਂ ਦੀ ਵੀ ਯਾਦ ਕਰਾਉਂਦਾ ਹੈਗਾ। ਇੱਕ ਮੁਲਾਜ਼ਮ ਬੰਦਾ ਜਿਹੜਾ 70-70 80-80 ਹਜ਼ਾਰ ਰੁਪਏ ਤਨਖਾਹ ਲੈਂਦਾ, ਲੋਕਾਂ ਦੇ ਖੂਨ ਪਸੀਨੇ ਦਾ ਜਿਹੜਾ ਇਨਕਮ ਟੈਕਸ ਨੇ ਪੇ ਕੀਤਾ ਹੁੰਦਾ, ਟੈਕਸ ਪੇ ਕੀਤਾ ਹੁੰਦਾ, ਉੱਥੋਂ ਉਹ ਤਨਖਾਹ ਆਉਂਦੀ ਹੈ। ਔਰ ਖੱਜਲ ਖਵਾਰੀ ਉਹਨਾਂ ਲੋਕਾਂ ਨੂੰ ਅਸੀਂ ਕਿਵੇਂ ਹੁਣ ਦੇ ਸਕਦੇ ਹਾਂ? ਨੈਚੁਰਲੀ ਕਿਤੇ ਨਾ ਕਿਤੇ ਇਹ ਲਾਈਨ ਖਿੱਚਣੀ ਪੈਣੀ ਸੀ। ਜਿਸ ਤਰੀਕੇ ਦਾ ਸਪਸ਼ਟ ਸਟੈਂਡ ਅੱਜ ਮੁੱਖ ਮੰਤਰੀ ਸਾਹਿਬ ਨੇ ਲਿਆ, ਪੰਜਾਬ ਦਾ ਬੱਚਾ ਇਸ ਦੀ ਤਾਰੀਫ ਕਰ ਰਿਹਾ, ਔਰ ਇਸ ਸਟੈਂਡ ਦੇ ਉੱਤੋਂ ਇੱਕ ਜਿਹੜਾ ਹੈਗਾ ਸੰਦੇਸ਼ ਬੜਾ ਸਪਸ਼ਟ ਹੈਗਾ। ਉਹ ਸੰਦੇਸ਼ ਇਸ ਟ੍ਰੈਂਡ ਦੇ ਖਿਲਾਫ ਬੜਾ ਸਪਸ਼ਟ ਹੈਗਾ। ਜੇਕਰ ਜਿਹੜੀ ਕਿ ਅਦਰਵਾਈਜ਼ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ, ਅਸੀਂ ਗੱਲਬਾਤ ਤੋਂ ਕਦੇ ਵੀ ਨਹੀਂ ਭੱਜੇ। ਅਸੀਂ ਹਮੇਸ਼ਾ ਜਾਨੀ ਕਿ ਗੱਲਬਾਤ ਕਰਨ ਨੂੰ ਤਿਆਰ ਆ। ਸਾਡਾ ਤਾਂ ਸਰੋਕਾਰ ਹੀ ਇਹ ਹੈਗਾ, ਕਿਉਂਕਿ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਆਪਣਾ ਬਿਜਲੀ ਦਾ ਏਜੰਡਾ ਲਾਗੂ ਕਰਨਾ, ਮੁਹੱਲਾ ਕਲੀਨਿਕ ਦਾ ਏਜੰਡਾ ਲਾਗੂ ਕਰਨਾ, ਨੌਕਰੀਆਂ ਦੇਣੀਆਂ ਨੇ, ਔਰ ਅਸੀਂ ਜਿਹੜਾ ਹੈ 1 ਕਰੋੜ ਰੁਪਏ ਜਿੱਦਾਂ ਅੱਜ ਵੀ ਜਾਨੀ ਕਿ ਉੱਥੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਅਨਾਉਂਸ ਕੀਤਾ ਸੀ ਉਹ ਕਰਨਾ ਹੈ। ਅਸੀਂ ਸਕੂਲਾਂ ਦੇ ਸੁਧਾਰ ਕਰਨਾ ਹੈ, ਅਸੀਂ ਹੈਲਥ ਦੇ ਵੀ ਸੁਧਾਰ ਕਰਨਾ ਹੈਗਾ। ਅਸੀਂ ਤਾਂ ਧਿਆਨ ਉਧਰ ਦੇਣਾ ਚਾਹੁੰਦੇ ਹਾਂ ਤੇ ਅਸੀਂ ਨੈਚੁਰਲੀ ਹੈ ਕੋਈ ਏਦਾਂ ਦਾ ਮਸਲਾ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ ਜਿਸ ਦੇ ਨਾਲ ਖਿਲਾਫ ਪੈਦਾ ਹੋਵੇ, ਜਿਸ ਦੇ ਨਾਲ ਖਲਲ ਪੈਦਾ ਹੁੰਦਾ ਹੋਵੇ। ਲੇਕਿਨ ਜੇਕਰ ਕੋਈ ਜਾਣਬੁੱਝ ਕੇ ਇਸ ਤਰ੍ਹਾਂ ਕਰਦਾ ਉਹ ਬਰਦਾਸ਼ਤ ਤੋਂ ਬਾਹਰ ਹੈ। ਠੀਕ ਹੈ, ਆਪਣੇ ਕੋਲੇ ਆਖਰੀ 3-4 ਮਿੰਟ ਬਚੇ ਨੇ। ਗੋਲਡੀ ਜੀ ਕੋਈ ਸਵਾਲ ਕਰਨਾ ਚਾਹ ਰਹੇ ਨੇ, ਬਹੁਤ ਬਰੀਫ ਰੱਖਿਓ। ਮੈਂ ਬਹੁਤ ਛੋਟਾ, ਮੈਂ ਗਰਗ ਸਾਹਿਬ ਨੂੰ ਦੋ ਚੀਜ਼ਾਂ ਪੁੱਛਣੀਆਂ ਚਾਹਣਾ। ਇੱਕ ਤਾਂ ਤਰਸੇਮ ਗਰਗ ਵਾਲੇ ਕੇਸ ਦੇ ਵਿੱਚ ਜਦੋਂ ਪਰਚਾ ਹੋਇਆ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋ ਕੇ ਦੁਬਾਰਾ ਉਹ ਕੈਂਸਲ ਹੋਇਆ, ਉਹਦਾ ਕੀ ਕਿਉਂ ਇਸ ਚੀਜ਼ ਤੇ ਜੇ ਤੁਹਾਨੂੰ ਪਤਾ ਸੀ ਤੇ ਤੁਸੀਂ ਸੈਟ ਪ੍ਰੋਸੀਜਰ ਫੋਲੋ ਕਰਦੇ ਹੋ ਤਾਂ ਫਿਰ ਇਹ ਚੀਜ਼ ਕਿਉਂ? ਦੂਜੀ, ਜੇ ਅਫਸਰ ਤੇ ਜਦੋਂ ਇਸ ਤੇ ਪਰਚਾ ਹੋਇਆ ਆਰਟੀਏ ਤੇ, ਜੇ ਸਾਰੇ ਅਫਸਰ ਉਹਦੀ ਹਮਾਇਤ ਚ ਆਏ ਨੇ, ਇਟ ਮੀਨਸ ਕਿਤੇ ਨਾ ਕਿਤੇ ਜਾਂ ਤਾਂ ਫਿਰ ਸਾਰੇ ਦੇ ਸਾਰੇ ਮਾੜੇ ਨੇ, ਇਹ ਗੱਲ ਤੇ ਕਲੀਅਰਿਟੀ ਦੇਣ, ਤੇ ਜਾਂ ਫਿਰ ਉਹਨਾਂ ਦਾ ਕੋਈ ਪ੍ਰੋਸੀਜਰ ਇਹੋ ਜਿਹਾ ਗਲਤ ਹੈ, ਉਸ ਚੀਜ਼ ਤੇ ਗਰਗ ਸਾਹਿਬ ਜਵਾਬ ਦੇਣ ਕਿ ਜਾਂ ਤਾਂ ਤੁਹਾਡਾ ਪ੍ਰੋਸੀਜਰ ਗਲਤ ਹੈ ਕਿ ਤੁਸੀਂ ਫੋਲੋ ਨਹੀਂ ਕਰ ਰਹੇ ਹੋ ਉਸ ਚੀਜ਼ ਨੂੰ, ਜੀ ਗਰਗ ਸਾਹਿਬ ਸਾਰੇ ਜਵਾਬ ਲੈ ਲਈਏ ਆ ਗਿਆ। ਦੇਖੋ ਮੈਂ ਬੜਾ ਸਪਸ਼ਟ ਹੈ, ਮੁੱਖ ਮੰਤਰੀ ਸਾਹਿਬ ਨੇ ਵੀ ਇਸ ਤੇ ਬੜਾ ਸਪਸ਼ਟ ਉਸ ਦੇ 9 ਤਰੀਕ ਨੂੰ ਵੀ ਆਖਿਆ ਹੈਗਾ ਸੀ ਵੀ ਜੇਕਰ ਕਿਤੇ ਪ੍ਰੋਸੀਜਰ ਦੇ ਵਿੱਚ ਕਮੀ ਰਹੀ ਹੈ ਉਹਦੀ ਜਾਂਚ ਹੋ ਸਕਦੀ ਹੈ। ਲੇਕਿਨ ਜਦੋਂ ਤੁਸੀਂ ਇਹ ਆਖੋ ਕਿ ਜਾਂਚ ਬਾਅਦ ਚ ਕਰਾਂਗੇ, ਪਹਿਲਾਂ ਤੁਸੀਂ ਜਿਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈਗਾ, ਜਿਹਦੇ ਪੁਖਤਾ ਸਬੂਤ ਹੈਗੇ, ਉਸ ਨੂੰ ਰਿਹਾ ਕਰੋ, ਇਹਦਾ ਕੀ ਮਤਲਬ ਹੁੰਦਾ ਹੈਗਾ? ਇਹ ਅਧਿਕਾਰ ਤੁਹਾਨੂੰ ਕਿਸ ਨੇ ਦੇਤਾ? ਤੁਸੀਂ ਕਰਪਸ਼ਨ ਦੀ ਹਮਾਇਤ ਕਰੋ, ਇਹ ਅਧਿਕਾਰ ਕਿਸ ਨੇ ਦੇਤਾ ਤੁਹਾਨੂੰ? ਜਿਹੜਾ ਬੰਦਾ ਅੱਜ ਤੁਹਾਡੇ ਚੈਨਲ ਤੇ ਬੈਠ ਕੇ ਵੀ ਸੁਣੋ, ਡਾਕਟਰ ਸਾਹਿਬ ਇੱਕ ਮਿੰਟ, ਗੋਲਡੀ ਸੁਣੋ, ਗੋਲਡੀ ਜੀ ਸੁਣੋ ਤੁਸੀਂ ਇੱਕ ਮਿੰਟ, ਜਿਹੜੇ ਤੁਹਾਡੇ ਕੋਲ ਸਬੂਤ ਹੈਗੇ ਰੱਖ ਦਿਓ, ਪਬਲਿਕਲੀ ਰੱਖ ਦਿਓ ਉਹ। ਔਰ ਦੂਸਰਾ ਸੁਣੋ ਗੱਲ ਜਿਹੜੀ ਹੈਗੀ ਹੈ, ਤੁਹਾਡੇ ਚੈਨਲ ਤੇ ਬੈਠ ਕੇ ਅਸੀਂ ਬਿਲਕੁਲ ਕਹਿ ਰਹੇ ਹੈਗੇ ਆ ਕਿ ਅੱਜ ਜੇਕਰ ਬੰਦਾ ਕਰਪਸ਼ਨ ਦੀ ਹਮਾਇਤ ਕਰਦਾ ਹੈਗਾ, ਠੀਕ ਹੈ ਨਾ, ਉਹਦਾ ਅੰਦਾਜ਼ਾ ਲੋਕਾਂ ਨੂੰ ਵੀ ਹੈਗਾ ਕਿਉਂ ਕਰਪਸ਼ਨ ਦੀ ਹਮਾਇਤ ਕਰਦਾ ਹੈਗਾ। ਜਾਂ ਤਾਂ ਕਰਪਸ਼ਨ ਦਾ ਹਿੱਸਾ ਰਿਹਾ ਹੈਗਾ, ਜੋ ਕਰਪਸ਼ਨ ਦਾ ਹਿੱਸਾ ਰਹਿਣਾ ਚਾਹੁੰਦਾ ਹੈਗਾ ਉਹੀ ਕਰਪਸ਼ਨ ਦੀ ਹਮਾਇਤ ਕਰੇਗਾ। ਇਮਾਨਦਾਰ ਅਫਸਰਾਂ ਨਾਲ ਸਰਕਾਰ ਚੱਲਦੀ ਹੈ, ਅੱਜ ਦੀ ਇਮਾਨਦਾਰ ਸਰਕਾਰ ਹੈਗੀ ਹੈ। ਮੈਂ ਹੋਰ ਸਵਾਲ ਪੁੱਛ ਲੈਣਾ ਹੈ ਗਰਗ ਸਾਹਿਬ, ਦੇਖੋ ਸਾਰੇ ਪੱਖਾਂ ਨੂੰ ਐਡਰੈਸ ਕਰਨਾ ਚਾਹੀਦਾ। ਮੈਂ ਹੋਰ ਸਵਾਲ ਪੁੱਛ ਲੈਣਾ, ਜੋ ਗ੍ਰਜਸ ਨੇ, ਜੋ ਉਹਨਾਂ ਦੀਆਂ ਮੰਗਾਂ ਨੇ, ਜੇ ਉਹਨਾਂ ਨੇ ਕਿਹਾ ਕਿ ਜੇ ਸਾਡੇ ਖਿਲਾਫ ਜਿਹੜੇ ਕੇਸ ਸੀ ਜੇ ਉਹ ਗਲਤ ਪਾਇਆ ਗਿਆ ਪਿਛਲੇ ਸਮੇਂ ਦੇ ਵਿੱਚ, ਤੇ ਜਿਨ੍ਹਾਂ ਨੇ ਤਰਸੇਮ ਚੰਦ ਹੋਰਾਂ ਦੇ ਕੇਸ ਦਾ ਇਹਨਾਂ ਨੇ ਜ਼ਿਕਰ ਕੀਤਾ, ਉਹ 3 ਸਾਲ ਪੁਰਾਣਾ ਕੇਸ ਹੈ, ਉਦੋਂ ਆਰਟੀਏ ਫਰੀਦਕੋਟ ਹੁੰਦੇ ਸੀ, ਉਸ ਵੇਲੇ ਇਹ ਇਲਜ਼ਾਮ ਲੱਗੇ ਸੀ ਔਰ ਉਦੋਂ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ ਉੱਥੋਂ ਦੀ। ਸੋ ਉਸ ਤੋਂ ਬਾਅਦ ਉਹਦੇ ਵਿੱਚ ਕਾਫੀ ਲੰਬਾ ਉਹ ਪ੍ਰੋਸੀਜਰ ਚੱਲਿਆ ਔਰ ਉਸ ਦੀ ਜਿਹੜੀ ਪੂਰੀ ਰੂਪਰੇਖਾ ਹੈ ਉਹ ਪੀਸੀਐਸ ਐਸੋਸੀਏਸ਼ਨ ਨੇ ਸਰਕਾਰ ਦੇ ਸਾਹਮਣੇ ਰੱਖੀ ਹੈ ਔਰ ਉਹਨਾਂ ਨੇ ਇਹ ਮੰਗ ਰੱਖੀ ਉਸ ਦੇ ਵਿੱਚ ਵੀ ਜੇ ਇਸ ਕੇਸ ਦੇ ਵਿੱਚ ਜਿਹੜੀ ਪੂਰੀ ਇਨਕੁਆਇਰੀ ਰਿਪੋਰਟ ਹੈ ਮੁੱਖ ਮੰਤਰੀ ਇਸ ਦੀ ਜਾਂਚ ਕਰਾ ਲੈਣ, ਜੇ ਗਲਤ ਹੋਈ ਹੈ ਤਾਂ ਕੀ ਉਹਨਾਂ ਅਫਸਰਾਂ ਤੇ ਕਾਰਵਾਈ ਹੋਏਗੀ? ਤੁਸੀਂ ਦੇਖੋ ਜੀ, ਅੱਜ ਵਿਜੀਲੈਂਸ ਨੇ ਆਪਣੀ ਪੂਰੀ ਰਿਪੋਰਟ ਸਵੇਰੇ ਸਬਮਿਟ ਕੀਤੀ, ਇਹ ਲੈਟਰ ਵੀ ਉਸ ਤੋਂ ਬਾਅਦ ਆਇਆ ਹੈਗਾ, ਇਹ ਲੈਟਰ ਵੀ ਉਸ ਤੋਂ ਬਾਅਦ ਹੀ ਆਇਆ ਹੈਗਾ, ਠੀਕ ਹੈ ਨਾ। ਇਹ ਲੈਟਰ ਅਦਰਵਾਈਜ਼ ਕੱਲ ਵੀ ਕੱਢਿਆ ਜਾ ਸਕਦਾ ਹੈਗਾ ਸੀ, ਇਹਦਾ ਮਤਲਬ ਪ੍ਰੋਸੀਜਰ ਫੋਲੋ ਹੋਇਆ ਹੈਗਾ। ਤੇ ਗਰਗ ਸਾਹਿਬ ਜੇ ਪਹਿਲੇ ਹੀ ਕਰ ਲਾਂਦੇ ਇੱਕ ਦਿਨ ਚ ਫੋਲੋ ਹੋ ਗਿਆ ਤੇ ਇੰਨੇ ਦੇਰ ਦਾ ਕਿਉਂ ਨਹੀਂ ਫੋਲੋ ਹੋ ਰਿਹਾ? ਮਸਲਾ ਤਾਂ ਆਹੀ ਹੈ। ਗੋਲਡੀ ਸਾਹਿਬ ਮੈਂ ਤੁਹਾਡੇ ਸਵਾਲਾਂ ਦਾ ਕੀ ਜਵਾਬ ਦਿਆਂ? ਤੁਸੀਂ ਜਾਨੀ ਕਿ ਪਤਾ ਨਹੀਂ ਕਿੱਥੋਂ ਬੋਲ ਰਹੇ ਹੋ। ਕਰਪਸ਼ਨ ਦੇ ਹੱਕ 'ਚ ਨਹੀਂ ਆ ਮੈਂ, ਬਿਲਕੁਲ ਨਹੀਂ ਹੱਕ 'ਚ ਅਸੀਂ, ਬਟ ਇਹ ਹੈ ਕਿ ਤੁਸੀਂ ਮੁੱਦੇ ਨੂੰ ਬਣਾ ਕੇ ਫਿਰ ਗੱਲ ਉੱਥੇ ਆਉਂਦੀ ਹੈ ਕਿ ਮੁੱਦਾ ਬਣਾਉਣੇ ਹੋ, ਹਾਈ ਕ੍ਰੀਏਟ ਕਰਦੇ ਹੋ। ਮੈਂ ਕੰਕਲੂਡ ਕਰਨਾ ਚੰਨੀ ਸਾਹਿਬ,
ਆਖਰੀ ਕਮੈਂਟਸ ਲੈਣੇ ਤੁਹਾਡੇ। ਗੱਲ ਇਹ ਹੈਗੀ ਹੈ ਕਿਉਂਕਿ ਖਿੱਚੀ ਤਾਂ ਜਿੱਡੀ ਮਰਜ਼ੀ ਲੰਬੀ ਜਾਈਏ, ਗੱਲ ਨੂੰ ਸਿਰੇ ਲਾਉਣ ਵਾਲੀ ਗੱਲ ਹੁੰਦੀ ਹੈ। ਸੰਵੇਦਨਸ਼ੀਲ ਬਹੁਤ ਮੁੱਦਾ ਹੈਗਾ। ਕੋਈ ਬੰਦਾ ਵੀ ਕਰਪਸ਼ਨ ਦੀ ਹਮਾਇਤ ਨਾ ਕਰ ਸਕਦਾ, ਨਾ ਉਹਨੂੰ ਕਰਨੀ ਪੈਂਦੀ ਹੈ। ਪਰ ਗੱਲ ਇਹ ਹੈਗੀ ਹੈ ਕਿ ਪਿਕ ਐਂਡ ਚੂਜ਼, ਡਬਲ ਸਟੈਂਡਰਡ, ਤੁਸੀਂ ਜਿੰਨੇ ਮਰਜ਼ੀ, ਹੁਣ ਮੈਂ ਚਾਹੇ 100 ਐਗਜ਼ਾਮਪਲ ਦੇ ਦਾਂ। ਹੁਣ ਮੰਨ ਲਓ ਅਸੀਂ 30,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ 9 ਮਹੀਨੇ, ਤੇ 37 ਕਰੋੜ ਰੁਪਈਆ ਪਰ ਮੰਥ ਅਸੀਂ ਐਡਵਰਟਾਈਜ਼ਮੈਂਟ ਚਲਾ ਰਹੇ, ਤੇ ਅੱਜ ਵੀ ਪੇਡ ਨਿਊਜ਼ ਲੱਗੀ ਹੈ। ਮਤਲਬ ਉਹ ਵੀ ਕਰਪਸ਼ਨ ਹੈ, ਉਹ ਕਰਪਸ਼ਨ ਤੋਂ ਘੱਟ ਨਹੀਂ ਹੈਗਾ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਤੇ ਫਿਰ ਜਿਹੜਾ ਇਹ ਕਹਿੰਦੇ ਸੀ 20,000 ਕਰੋੜ ਰੁਪਈਆ ਅਸੀਂ 1 ਸੈਕਿੰਡ ਕਿ ਮਾਈਨਿੰਗ ਚੋਂ ਕੱਢਾਂਗੇ ਤੇ ਸਾਲ ਤਾਂ ਹੋਣ ਵਾਲਾ, ਤੇ ਫਿਰ 15,000 ਕਰੋੜ ਰੁਪਈਆ ਮਾਈਨਿੰਗ ਦੇ ਵਿੱਚੋਂ ਕੌਣ ਖਾ ਗਿਆ, ਇਹ ਵੀ ਦੱਸ ਦੇਣ। ਮੈਂ ਇਹ ਕਹਿਣਾ ਚਾਹੁੰਦਾ ਕਿ ਕਰਪਸ਼ਨ ਨਾਲ ਕੋਈ ਨਹੀਂ ਹੈਗਾ। ਇਹਨਾਂ ਨੂੰ ਆਪਣੀ ਨੀਤੀ ਤੇ ਜਿਹੜੀ ਨੀਤ ਹੈਗੀ ਹੈ ਉਹ ਸਾਫ਼ ਰੱਖ ਕੇ ਰੋਲ ਮਾਡਲ ਬਣ ਕੇ ਵਿਚਰਨਾ ਪਏਗਾ, ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋਵੇ ਵੀ ਇਹ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ। ਇਹ ਨਹੀਂ ਹੈਗਾ ਵੀ ਚਾਹੇ ਉਹਨੂੰ ਜਮਾਨਤ ਦਵਾ ਦਿੱਤੀ